ਉਹਦੇ ਬਾਰੇ ਆਪਣੇ ਵਿਚਾਰ ਜਿਹੜੇ ਨੇ ਉਹ ਬਹੁਤ ਹੀ ਸੰਖੇਪ ਰੂਪ ਦੇ ਵਿੱਚ ਸਾਂਝੇ ਕਰਨਗੇ। ਉਸ ਤੋਂ ਬਾਅਦ ਮਾਨਯੋਗ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਆਨੰਦਗੜ੍ਹ ਸਿੱਖ ਪੰਥ ਦੀ ਮਾਇਆਨਾਜ ਹਸਤੀ ਆ, ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ। ਉਹਨਾਂ ਨੇ ਆਪਣੇ ਸ਼ਬਦਾਂ ਦੁਆਰਾ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਕਰਨੀ ਹੈ। ਤੇ ਸਮੂਹ ਸ਼ਤਾਬਦੀ ਕਮੇਟੀ ਵੱਲੋਂ ਮਾਨਯੋਗ ਸਿੰਘ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਜੀ ਪਹੁੰਚੇ ਨੇ। ਉਹਨਾਂ ਨੂੰ ਜੀ ਆਇਆਂ ਨੂੰ। ਹੁਣ ਮੈਂ ਬੇਨਤੀ ਕਰਾਂਗਾ ਕਿ ਸਮੇਂ ਦਾ ਖਾਸ ਖਿਆਲ ਰੱਖਦਾ ਹੋਇਆਂ ਜਿਹੜਾ ਵਾ ਮਾਨਯੋਗ ਆਪਣੇ ਵਿਸ਼ੇ ਦੇ ਅਨੁਸਾਰ ਹੀ ਸਰਦਾਰ ਕਮਰਜੀਤ ਸਿੰਘ ਜੀ ਤੁਹਾਡੇ ਨਾਲ ਵਿਚਾਰ ਸਾਂਝੇ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬ ਬਾਬਾ ਹਰਨਾਮ ਸਿੰਘ ਜੀ ਗੁਣਵਾਨ, ਗਿਆਨਵਾਨ, ਵਿਚਾਰਮਾਨ ਸੰਪਰਦਾਇ ਮੁਖੀ ਸਾਹਿਬਾਨ ਤੇ ਸਮੂਹ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੀ ਅੱਜ ਜੋ ਕਿੰਤੂ ਪਰੰਤੂ ਦਸਮ ਗ੍ਰੰਥ ਵਾਸਤੇ ਹੋ ਰਿਹਾ ਹੈ ਉਸ ਨੂੰ ਵਿਚਾਰਨ ਵਾਸਤੇ ਇਕੱਠੇ ਹੋਏ ਹਾਂ। ਬਹੁਤ ਸਾਰੇ ਪੁਆਇੰਟ ਉਠਾਏ ਨੇ, ਲੇਕਿਨ ਕੁਛ ਕੁ ਜੋ ਹੈ ਉਹ ਇਹ ਹਨ। ਪਹਿਲੀ ਤਾਂ ਕਹਿੰਦੇ ਜੀ ਇਹ ਦਸਮ ਗ੍ਰੰਥ ਜੋ ਹੈ ਇਹ ਗੁਰੂ ਸਾਹਿਬ ਦੇ ਵੇਲੇ ਹੈ ਹੀ ਨਹੀਂ ਸੀ। ਇਹ ਜੀ ਅੰਗਰੇਜ਼ਾਂ ਵੇਲੇ ਉਹਨਾਂ ਨੇ ਲਿਖਵਾਇਆ ਹੈ। ਨੰਬਰ 2, ਜਿਸ ਤਰ੍ਹਾਂ ਹੁਣ ਸੁਣਿਆ ਵੀ ਇਹ ਗੁਰੂ ਸਾਹਿਬ ਲਿਖ ਨਹੀਂ ਸਕਦੇ। ਤੇ ਤੀਸਰਾ ਸਿਧਾਂਤਕ ਪੱਖੋਂ ਜੋ ਹੈ ਇਹ ਮੇਲ ਨਹੀਂ ਖਾਂਦਾ। ਔਰ ਚੌਥੀ ਜੋ ਹੈ ਜਿਸ ਤਰ੍ਹਾਂ ਸੁਣਿਆ ਗੁਰੂ ਸਾਹਿਬ ਨੇ ਜੀ ਛੋਟੀ ਉਮਰ 'ਚ ਜੰਗ ਯੁੱਧ ਕੀਤੇ, ਉਹ ਐਡਾ ਵੱਡਾ ਗ੍ਰੰਥ ਲਿਖ ਸਕਦੇ ਹੀ ਨਹੀਂ ਹੈ। ਅਸੀਂ ਆਪਾਂ ਸਾਰੇ ਇਸ ਗੱਲ 'ਤੇ ਵਿਚਾਰ ਕਰਨੇ ਹੈ। ਮੈਂ ਸਿਰਫ ਇਹ ਗੱਲ ਫੜਾਂਗਾ ਕਿ ਗੁਰੂ ਸਾਹਿਬ ਵੇਲੇ ਇਹ ਗ੍ਰੰਥ ਸੀ ਕਿ ਨਹੀਂ ਸੀ, ਉਹਦੇ ਇਤਿਹਾਸਕ ਪ੍ਰਮਾਣ ਕੀ ਨੇ। ਤੋ ਇੱਕ ਗੱਲ ਸਪਸ਼ਟ ਹੈ ਕਿ ਚਾਹੇ ਵਿਰੋਧੀ ਨੇ ਦਸਮ ਗ੍ਰੰਥ ਦੇ ਜਾਂ ਪੱਖੀ ਨੇ, ਇਹ ਸਭ ਮੰਨਦੇ ਨੇ ਕਿ ਜ਼ਫਰਨਾਮਾ ਜੋ ਹੈ ਗੁਰੂ ਸਾਹਿਬ ਦੀ ਕਿਰਤ ਹੈ। ਤੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਸਾਹਿਬ ਨੇ 42 ਸਾਲ ਦੀ ਉਮਰ 'ਚ ਕੇਵਲ ਇੱਕ ਵਾਰ ਰਚਨਾ ਰਚੀ। ਐਸੇ ਉੱਚ ਪਾਏਦਾਨ ਦੀ ਪਾਏ ਦੀ ਵਿਦਵਤਾ ਵਾਲੀ ਫਾਰਸੀ ਵਾਲੀ ਰਚਨਾ ਤੋਂ ਉਸ ਇਲਾਵਾ ਗੁਰੂ ਸਾਹਿਬ ਨੇ ਕੁਛ ਵੀ ਲਿਖਿਆ? ਕਿਸ ਤਰ੍ਹਾਂ ਹੋ ਸਕਦਾ ਹੈ? ਜਿਹਦੇ ਦਰਬਾਰ 'ਚ ਐਡੇ ਮਹਾਨ ਕਵੀ ਦਰਬਾਰ 'ਚ ਆਏ ਔਰ ਉਹਨਾਂ ਨੇ ਕਵੀ ਇਸ ਕਵਿਤਾ ਸੁਣ ਕੇ ਦੁਰਸਤੀ ਕੀਤੀ। ਔਰ ਜਿਸ ਗੁਰੂ ਦੇ ਘੋੜੇ ਦੇ ਅਸਤਬਲ ਲਿਚਕਣ ਵਾਲੇ ਬੰਦੇ ਬੜੇ ਬੜੇ ਹੰਕਾਰੀਆਂ ਤੋਂ ਹੰਕਾਰ ਤੋੜਾ ਕਵੀਆਂ ਦਾ, ਕਿਆ ਉਸ ਗੁਰੂ ਨੇ ਕੇਵਲ ਇੱਕੋ ਹੀ ਗੱਲ ਲਿਖੀ, ਹੋਰ ਕੁਛ ਨਹੀਂ ਲਿਖਿਆ? ਔਰ ਜੋ ਕੁਛ ਵੀ ਲਿਖਿਆ ਉਹਦਾ ਨਾਮ ਹੀ ਦਸਮ ਗ੍ਰੰਥ ਹੈ। ਜਿਹੜੀ ਇਹ ਗੱਲ ਕਹਿੰਦੇ ਨੇ ਜੀ ਕਿ ਜੀ ਗੁਰੂ ਸਾਹਿਬ ਜੰਗ ਜਦੋਂ ਮਸਰੂਫ ਰਹੇ ਨਹੀਂ ਲਿਖ ਸਕਦੇ। ਪਹਿਲਾਂ ਵੀ ਸੁਣਿਆ ਆਪਣਾ ਸ਼ੰਕਰਾਚਾਰਿਆ ਬਾਰੇ। ਹੁਣ ਦੇ ਜ਼ਮਾਨੇ 'ਚ ਸਾਡੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਕਵਿਤਾਵਾਂ ਲਿਖ ਸਕਦੇ ਨੇ। 2/3 ਰਾਜ ਕਰਨ ਵਾਲੇ ਬ੍ਰਿਟਿਸ਼ ਦੇ ਪ੍ਰਾਈਮ ਮਿਨਿਸਟਰ ਮਿਸਟਰ ਚਰਚਿਲ ਕਿਤਾਬਾਂ ਲਿਖ ਸਕਦੇ ਨੇ, ਕਲਗੀਧਰ ਮਹਾਰਾਜ ਕਿਉਂ ਲਿਖ ਸਕਦੇ? ਔਰ ਦੂਸਰੀ ਗੱਲ, ਜਿਹੜੇ ਆਮ ਕਵੀ ਨੇ ਉਹਨਾਂ ਨੂੰ ਦਿਮਾਗ ਖੁਰਚ ਕੇ ਲਿਖਣਾ ਪੈਂਦਾ ਹੈ। ਜਿਹੜੇ ਅਵਤਾਰੀ ਪੁਰਸ਼ ਨੇ ਉਹ ਉਹਨਾਂ ਵਾਸਤੇ ਲਿਖਿਆ ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਚਰਣੇ। ਉਹਨੂੰ ਸੋਚਣ ਦੀ ਲੋੜ ਨਹੀਂ ਪੈਂਦੀ। ਤੇ ਜਿਹੜੇ ਗੁਰੂ ਨਾਨਕ ਮਹਾਰਾਜ ਦੇ 10ਵੀਂ ਜੋਤ 'ਤੇ ਇਲਜ਼ਾਮ ਲਗਾਉਂਦੇ ਨੇ, ਭ੍ਰਿਸ਼ਟ ਬੁੱਧੀ ਵਾਲੇ ਨੇ, ਨੀਚ ਕਰਮੀ ਨੇ। ਹੁਣ ਆਪਾਂ ਗੁਰੂ ਸਾਹਿਬ ਦੇ ਜੀਵਨ ਦੇ ਪੰਛੀ ਝਾਤ ਮਾਰਦੇ ਹਾਂ। 6 ਸਾਲ ਦੀ ਉਮਰ 'ਚ ਗੁਰੂ ਸਾਹਿਬ ਅਨੰਦਪੁਰ ਸਾਹਿਬ ਆਏ 1866 'ਚ, ਔਰ 18 ਸਾਲ ਤੱਕ 12 ਸਾਲ ਪੂਰੇ ਅਨੰਦਪੁਰ ਸਾਹਿਬ ਰਹੇ। 3 ਸਾਲ ਗੁਰੂ ਸਾਹਿਬ ਜੋ ਹੈ ਉਸ ਤੋਂ ਬਾਅਦ ਪੌਂਟੇ ਸਾਹਿਬ ਰਹੇ। ਤੇ ਇਸ ਉਮਰ ਤੱਕ ਮਹਾਰਾਜ ਨੇ ਕੇਵਲ ਇੱਕ ਲੜਾਈ ਲੜੀ, ਭੰਗਾਣੇ ਯੁੱਧ। ਉਸ ਤੋਂ 2 ਸਾਲ ਬਾਅਦ ਮਹਾਰਾਜ 21 ਸਾਲ ਦੀ ਉਮਰ ਜੋ ਹੈ ਲੜਾਈ ਲੜੀ ਨੰਦੌਣ ਯੁੱਧ। ਤੇ ਉਸ ਤੋਂ 2 ਸਾਲ ਬਾਅਦ
ਹੋਇਆ ਹੁਸੈਨੀ ਯੁੱਧ, ਤੇ 21 ਸਾਲ ਦੀ ਉਮਰ ਤੱਕ ਜੋ ਹੈ 1701 ਤੱਕ ਗੁਰੂ ਸਾਹਿਬ ਨੂੰ ਕੋਈ ਅਸੀਂ ਭਾਜੜ ਨਹੀਂ ਪਈ ਸੀ ਕਿ ਉਹ ਨਾ ਰੱਖ ਸਕਦੇ ਹੋ। ਅਨਫ ਟਾਈਮ ਸੀ ਜੋ ਗੁਰੂ ਸਾਹਿਬ ਦੀ ਕਲਮ ਦੀ ਤਲਵਾਰ ਦੇ ਨਾਲੋਂ ਤੀਰ ਨਾਲੋਂ ਤੇਜ਼ ਚੱਲਦੀ ਸੀ ਕਲਮ, ਉਹਦੇ ਵਾਸਤੇ ਇੰਨਾ 15 ਸਾਲ ਦਾ ਸਮਾਂ ਬਿਲਕੁਲ ਸਹੀ ਕਰ ਸਕਦੇ ਸੀ। ਹੁਣ ਮਹਾਰਾਜ ਨੇ ਜੋ ਹੈ ਆਪਣੇ ਭਰਮ ਕੱਢਣ ਵਾਸਤੇ ਆਪਣੇ ਆਪ ਸਮਝ ਲਿਖਤੇ ਕਿ ਮੈਂ ਕਿਹੜੇ ਸੰਜ ਕਿਹੜੀ ਰਚਨਾ ਰਚੀ ਹੈ, ਉਹ ਕਿੱਥੇ ਰਚੀ ਹੈ। 70 ਸੈ 45 ਸੇ ਸਾਵਨ ਸੁ ਥਿਤ ਦੀਪ, ਨਗਰ ਪਾਵਟਾ ਸ਼ੁਭ ਕਰਨ ਜਮਨਾ ਬਹਿ ਸਵੀਪ। ਜਮਨਾ ਦੇ ਕਿਨਾਰੇ ਪਾਵਟਾ ਜੋ ਹੈ 1744 ਚ ਕ੍ਰਿਸ਼ਨਾ ਅਵਤਾਰ ਮਹਾਰਾਜ ਲਿਖਿਆ। ਇਸ ਤਰ੍ਹਾਂ ਹੀ ਬਾਕੀ ਦੇ ਸਭ ਸੰਬੰਧ ਦਿੱਤੇ ਹੋਏ ਨੇ, ਤੇ ਫਿਰ ਵੀ ਇਹ ਮੰਨਣ ਨੂੰ ਤਿਆਰ ਹੈ ਗੁਰੂ ਸਾਹਿਬ ਆਪਣੇ ਕਲਮ ਲਿਖੇ, ਕਹਿੰਦੇ ਇਹ ਕਵੀਆਂ ਦੀ ਲਿਖੀ ਹੋਈ ਹੈ। ਹੁਣ ਕਵੀਆਂ ਦੀ ਲਿਖਣ ਬਾਰੇ ਸਭ ਨੂੰ ਪਤਾ ਹੈ, ਗੁਰੂ ਸਾਹਿਬ ਜਦੋਂ ਅਨੰਦਪੁਰ ਸਾਹਿਬ ਖਾਲੀ ਕਿਲਾ ਕੀਤਾ, ਉਸ ਤੋਂ ਬਹੁਤ ਦੇਰ ਪਹਿਲਾਂ ਸਾਰੇ ਕਵੀ ਨੂੰ ਵਿਦਾ ਕਰਤਾ। ਤੇ ਕਿਆ ਕਵੀ ਜੋ ਹੈ ਕਵਿਤਾ ਵਿੱਚ ਛੱਡ ਗਏ ਥੇ? ਕਿਹੜਾ ਕਵੀ ਛੱਡਦਾ? ਸਾਰੇ ਕਵੀ ਆਪਣੀਆਂ ਰਚਨਾਵਾਂ ਨਾਲ ਲੈ ਗਏ। ਕੇਵਲ ਗੁਰੂ ਸਾਹਿਬ ਰਚਨਾਵਾਂ ਉੱਥੇ ਉਹਨਾਂ ਕੋਲ ਸੀ, ਜਿਹੜੀ ਬਾਅਦ ਕੁਝ ਨਸ਼ਟ ਹੋ ਗਈ, ਔਰ ਕੁਝ ਜੋ ਹੈ ਸਿੱਖਾਂ ਨੇ ਸੰਭਾਲ ਲਿੱਤੀ, ਔਰ ਉਹਦੇ ਪੰਨੇ ਮੌਜੂਦ ਨੇ, ਅੱਗੇ ਮੈਂ ਪ੍ਰਮਾਣ ਦੇਵਾਂਗਾ। ਔਰ ਕੁਝ ਗੁਰੂ ਸਾਹਿਬ ਸਿੱਖਾਂ ਨੇ ਕਵੀਆਂ ਦੀ ਰਚਨਾ ਦੀ ਕੋਈ ਉਤਾਰੇ ਨਹੀਂ ਕੀਤੇ, ਕੇਵਲ ਦਸਮ ਗ੍ਰੰਥ ਜਿਹੜੇ ਹੈ ਮਹਾਰਾਜ ਸੀ ਉਹਨਾਂ ਦੀ ਉਤਾਰੇ ਕੀਤੇ, ਜਿਹੜੇ ਕਿ ਬਾਅਦ ਇਕੱਠੇ ਕਰਕੇ ਭਾਈ ਮਨੀ ਸਿੰਘ ਜੀ ਨੇ ਜੋ ਹੈ ਬੀੜ ਬਣਾਈ, ਜਿਹੜੀ ਕਿ ਭਾਈ ਮਨੀ ਸਿੰਘ ਬੀੜ ਦੇ ਨਾਮ ਨਾਲ ਮਸ਼ਹੂਰ ਹੈ। ਔਰ ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਗੁਰੂ ਸਾਹਿਬ ਤੋਂ ਬਾਅਦ ਭਾਈ ਮਨੀ ਸਿੰਘ ਵੇਲੇ ਜਾਂ ਉਦੋਂ ਬਾਅਦ ਕੋਈ ਇਹ ਵਿਵਾਦ ਨਹੀਂ ਸੀ ਕਿ ਜੀ ਇਹ ਗੁਰੂ ਕਿਰਤ ਨਹੀਂ ਹੈ। ਸਿਰਫ ਵਿਵਾਦ ਕੀ ਸੀ ਕਿ ਇਹ ਇੱਕ ਗ੍ਰੰਥ ਇਕੱਠੀ ਹੋ ਜਾਣ ਕਿ ਪੋਥੀਆਂ ਰਹਿਣ, ਸਿਰਫ ਇਹ ਵਿਵਾਦ ਸੀ, ਕੋਈ ਨਹੀਂ ਸੀ। ਔਰ ਭਾਈ ਮਨੀ ਸਿੰਘ ਦੀ ਜੋ ਬੀੜ ਬਣਾਈ, ਉਹਦੇ ਚੋਂ ਇੱਕ ਪੰਨੇ ਦਾ ਭਾਈ ਕਾਹਨ ਸਿੰਘ ਨੇ ਫੋਟੋ ਕਾਪੀ ਲਿੱਤੀ ਹੈ, ਮਹਾਨ ਕੋਚ ਲੱਗੀ ਹੋਈ ਹੈ। ਗੁਰੂ ਸਾਹਿਬ ਦੇ ਆਪਣੇ ਕਰਮ ਕਮਲਾਂ ਦਾ ਉਹ ਫੋਟੋ ਹੈ, ਇਹ ਫੋਟੋ ਹੈ, 419 ਪੇਜ ਤੇ ਲੱਗੀ ਹੋਈ ਆ ਉਹ। ਔਰ ਲਿਖਦੇ ਨੇ ਭਾਈ ਸਾਹਿਬ ਗੁਰਮੁਖੀ ਦੱਖਣ ਦੇ ਨਾਂ ਵਿਚਾਰ ਕਰ ਰਹੇ, ਗੁਰਮੁਖੀ ਕੀ ਚੀਜ਼ ਹੈ। ਉਹ ਦੱਸਦੇ ਪਹਿਲਾਂ ਗੁਰਮੁਖੀ ਅੱਖਰ ਦੇ ਆਹ ਪੜਾਅ ਸੀ, ਫਿਰ ਆਹ ਪੜਾਅ ਸੀ, ਇਹ ਪੜਾਅ ਸੀ। ਪੰਜਵੀਂ 'ਚ ਲਿਖਦੇ ਨੇ ਇਹ ਸ਼ਿਕਸਤਾ ਗੁਰਮੁਖੀ ਦਸ਼ਮੇਸ਼ ਦੀ ਕਾਢ ਹੈ। ਕਲਗੀਧਰ ਜੀ ਅਤੇ ਉਹਨਾਂ ਦੇ ਲਿਖਾਰੀ ਸੈਨਾਪਤੀ ਜੀ ਇਸ ਲਿਖਤ ਵਿੱਚ ਬਹੁਤ ਕਾਵਿ ਲਿਖਦੇ ਸਨ। ਭਾਈ ਮਨੀ ਸਿੰਘ ਦੀ ਵਿੱਚ ਇਕੱਤਰ ਕੀਤੀ ਦਸ਼ਮ ਗ੍ਰੰਥ ਦੀ ਜਿਲਦ ਜੋ ਇਸ ਵੇਲੇ ਹਜ਼ੂਰ ਸਾਹਿਬ ਹੈ, ਉਸ ਦੇ 746ਵੇਂ ਸਫ਼ੇ ਤੇ ਪਾਠ ਦਾ ਇਹ ਫੋਟੋ ਹੈ। ਇਸੇ ਲਿਖਤ ਵਿੱਚ ਇੱਕ ਪੁਸਤਕ ਨਾਭੇ ਰਾਜ ਮਹਿਲ ਵਿੱਚ ਹੈ ਅਤੇ ਇੱਕ ਪੱਤਰਾ ਰਾਜ ਫਰੀਦਕੋਟ ਦੇ ਤੋਸ਼ੇਖਾਨੇ ਵਿੱਚ ਹੈ। ਕਲਗੀਧਰ ਦੇ ਹੁਕਮਨਾਮੇ ਦਸਤਖਤ ਇਹਨਾਂ ਹੀ ਅੱਖਰਾਂ 'ਚ ਹੋਇਆ ਕਰਦੇ ਸੀ, ਜਿਸ ਨੂੰ ਅਣਜਾਣ ਲੋਕ ਤੀਰ ਦੀ ਮੁਖੀ ਦੇ ਲੱਖਰ ਲਿਖਦੇ ਸੀ। ਔਰ ਉਹ ਫੋਟੋ ਹੈ, ਨਾਲ ਹੇਠਾਂ ਭਾਈ ਸਾਹਿਬ ਨੇ ਅਰਥ ਕੀਤੇ ਨੇ ਕਿ ਇਹ ਜੋ ਹੈ ਇਹ ਜੋ ਹੈ ਪਾਠ ਦਸਮ ਗ੍ਰੰਥ ਦੀ ਕਲਗੀ ਅਵਤਾਰ ਵਿੱਚੋਂ ਹੈ। ਇਸੇ ਤਰ੍ਹਾਂ ਹੀ ਹੋਰ ਬੀੜਾਂ ਤਿਆਰ ਕੀਤੀਆਂ ਗਈਆਂ, ਜਿਨ੍ਹਾਂ 'ਚੋਂ ਪ੍ਰਮੁੱਖ ਬੀੜ ਹੈ ਬਾਬਾ ਬਨੋਦ ਸਿੰਘ ਜੀ, ਉਹਨਾਂ ਦੀ ਲਿਖੀ ਹੋਈ। ਬਾਬਾ ਬਨੋਦ ਸਿੰਘ ਜੀ ਕੌਣ ਸੀ? ਸਭ ਨੂੰ ਪਤਾ ਹੈ, ਗੁਰੂ ਅੰਗਦ ਦੇ ਮਹਾਰਾਜ ਪੜਪੋਤੇ ਸੀ। ਗੁਰੂ ਅੰਗਦ ਦੇ ਮਹਾਰਾਜ ਪੜਪੋਤੇ ਸੀ। ਔਰ ਕਲਗੀਧਰ ਮਹਾਰਾਜ ਨੇ ਹਜ਼ੂਰ ਸਾਹਿਬ ਤੋਂ ਬਾਬੇ ਬੰਦੇ ਬਹਾਦਰ ਦੇ ਨਾਲ 5 ਪਿਆਰਾਂ ਸ਼ਾਮਲ ਕਰਕੇ ਉਹਨਾਂ ਨੂੰ ਭੇਜਿਆ। ਔਰ ਜੋ ਕੁਰਬਾਨੀ ਉਹਨਾਂ ਨੇ ਕੀਤੀ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ। ਉਹਨਾਂ ਨੇ ਵੀ ਆਪਣੇ ਤੌਰ ਤੇ ਇੱਕ ਬੀੜ ਤਿਆਰ ਕੀਤੀ, ਔਰ ਉਹ ਬੀੜ ਜੋ ਹੈ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਤੋਂ ਬਾਅਦ ਇਸ ਵੇਲੇ ਪਟਿਆਲੇ ਦੇ ਮਹਾਰਾਜੇ ਕੋਲ ਤੋਸ਼ੇਖਾਨੇ ਪਈ ਆ। ਉਸ ਬੀੜ ਵਿੱਚ ਡਾਕਟਰ ਤਰਲੋਚਨ ਸਿੰਘ ਜੀ ਨੇ ਉਹਦਾ ਅਧਿਐਨ ਕੀਤਾ ਹੈ। ਡਾਕਟਰ ਤਰਲੋਚਨ ਸਿੰਘ ਜੀ ਨੇ ਉਸ ਦਾ ਐਨ ਪੂਰਾ ਅਧਿਐਨ ਕਰਕੇ ਦੇਖਿਆ ਹੈ। ਉਸ ਬੀੜ ਵਿੱਚ 28 ਪੰਨੇ ਗੁਰੂ ਸਾਹਿਬ ਦੇ ਆਪਣੇ ਹੱਥ ਲਿਖਤੇ ਨੇ, ਔਰ ਉਹਦੀ ਜੋ ਹੈ ਉਹਨਾਂ ਨੇ ਫੋਟੋ ਦਿੱਤੀ ਹੈ। ਇਹ ਫੋਟੋ ਉਸ ਦੀ ਹੈ, ਇਹ ਗੁਰੂ ਸਾਹਿਬ ਦਾ ਆਪਣਾ ਹੈਂਡ ਰਾਈਟਿੰਗ ਹੈ। ਬਾਬਾ ਬਨੋਦ ਸਿੰਘ ਦੀ ਜੋ ਹੈ ਤਿਆਰ ਕੀਤੀ ਬੀੜ ਮੋਤੀ ਬਾਗ ਮਹਾਰਾਜਾ ਅਮਰਜੀਤ ਸਿੰਘ ਕੋਲ ਪਈ ਹੈ। ਡਾਕਟਰ ਤਰਲੋਚਨ ਸਿੰਘ ਨੇ ਇਹਨੂੰ ਪੜ੍ਹਿਆ, ਵਿਚਾਰਿਆ ਔਰ ਦੇਖਿਆ ਵੀ 28 ਪੰਨੇ ਇਸ ਤਰ੍ਹਾਂ ਦੇ ਜੋ ਹੈ ਇਹ ਗੁਰੂ ਸਾਹਿਬ ਦੇ ਆਪਣੇ ਹੱਥ ਲਿਖਤੇ ਉਹਦੇ ਲੱਗੇ ਹੋਏ ਨੇ। ਫਿਰ ਵੀ ਜੇ ਕੋਈ ਨਾ ਮੰਨੇ ਉਹਦਾ ਕੋਈ ਇਲਾਜ ਨਹੀਂ। ਇਸ ਤੋਂ ਬਾਅਦ ਭਾਈ ਮਨੀ ਸਿੰਘ ਤੋਂ ਬਾਅਦ ਬਾਬਾ ਦੀਪ ਸਿੰਘ ਨੇ ਇਹਦੀਆਂ ਉਤਾਰੇ ਕੀਤੇ,
ਔਰ ਬਾਬਾ ਦੀਪ ਸਿੰਘ ਤੋਂ ਬਾਅਦ ਉਹਨਾਂ ਜੋ ਉੱਤਰਾਧਿਕਾਰੀ ਸੀ ਬਾਬਾ ਮਿੱਤ ਸਿੰਘ ਜੀ, ਉਹਨਾਂ ਦਾ ਹੱਥ ਦਾ ਲਿਖਿਆ ਦਸਮ ਗ੍ਰੰਥ ਸਾਰੀਆਂ ਬਾਣੀਆਂ ਔਰ ਦਮਦਮੇ ਸਾਹਿਬ ਦੀ ਆਪਣਾ ਤਖਤ ਸਾਹਿਬ ਦੀ ਮੋਹਰ ਔਰ ਬਾਬਾ ਦੀਪ ਸਿੰਘ ਦੀ ਨਿਤਨੇਮ ਦੀ ਪੋਥੀ ਜੋ ਹੈ ਉੱਥੋਂ ਪ੍ਰਾਪਤ ਹੋਈ ਹੈ। ਔਰ ਉਹ ਸਾਰੀਆਂ ਚੀਜ਼ਾਂ ਇਸ ਵੇਲੇ ਡਾਕਟਰ ਗੁਰਚਰਨ ਸਿੰਘ ਜੀ ਪਟਿਆਲੇ ਹਨ, ਜੋ ਰਿਟਾਇਰਡ ਮੁਖੀ ਨੇ ਪੰਜਾਬੀ ਯੂਨੀਵਰਸਿਟੀ ਦੇ, ਉਹਨਾਂ ਕੋਲ ਕੰਪਿਊਟਰ 'ਚ ਮਹਿਫੂਜ਼ ਹੈ। ਬਾਬਾ ਦੀਪ ਸਿੰਘ ਜੀ ਜੋ ਨਿਤਨੇਮ ਦੀ ਰੋਜ਼ ਦੀ ਬਾਣੀ ਪੋਥੀ ਹੈ, ਉਹ 'ਚ ਦੋਨੇ ਬਾਣੀਆਂ ਹਨ, ਆਦਿ ਗੁਰੂ ਗ੍ਰੰਥ ਸਾਹਿਬ ਵੀ, ਦਸਮ ਗ੍ਰੰਥ ਦੀ ਬਾਣੀ ਵੀ। ਇਸ ਤਰ੍ਹਾਂ ਹੀ ਜੋ ਹੈ ਇਹ ਸਾਰੀਆਂ ਬਾਣੀਆਂ ਦਾ ਜੋ ਹੈ ਇਹ ਵਰਣਨ ਕੀਤਾ ਉਹਨਾਂ ਨੇ। ਅਤੇ ਅਖੀਰ ਜੋ ਹੈ ਮੈਂ ਦੱਸਣਾ ਚਾਹੁੰਦਾ, ਗੁਰੂ ਸਾਹਿਬ ਦੇ ਸਮਕਾਲੀ ਕੌਣ ਸੀ ਜੀ? ਭਾਈ ਦੇਸਾ ਸਿੰਘ ਜੀ, ਉਹਨਾਂ ਨੇ ਰਹਿਤਨਾਮਾ ਲਿਖਿਆ, ਸਭ ਨੂੰ ਪਤਾ ਹੈ। ਉਹ ਲਿਖਦੇ ਗੁਰੂ ਸਾਹਿਬ ਦਾ ਹੁਕਮ ਸੁਨੋ ਸਿੰਘ ਇੱਕ ਬਚਨ ਹਮਾਰਾ, ਪ੍ਰਥਮੇ ਹਮਨੇ ਜਾਪ ਉਚਾਰਾ, ਪੁਨ ਅਕਾਲ ਸੁਧ ਜੋ ਕਹੀ, ਬੇਸਮਾਨ ਪਾਠ ਜੋ ਇਹੀ, ਪੁਨ ਵਿਚਿਤਰ ਨਾਟਕ ਕਨ ਬਣਵਾਇਓ, ਸੋੜ ਬਾਂਝਾ ਕਥਾ ਕਰ। ਸਭ ਕੁਝ ਲਿਖਿਆ, ਮੈਂ ਆਹ ਗੱਲਾਂ ਲਿਖੀਆਂ, ਇਹ ਉਹਨਾਂ ਦੇ ਰਹਿਤਨਾਮੇ ਲਿਖਿਆ ਹੈ, ਜਿਹਨੇ ਪੜ੍ਹਨਾ ਚਾਹੇ ਪੜ੍ਹ ਸਕਦਾ ਹੈ। ਇਸ ਤੋਂ ਬਾਅਦ ਜੀ ਫਿਰ ਹੁਣ ਗੁਰੂ ਸਾਹਿਬ ਤੋਂ 56 ਸਾਲ ਬਾਅਦ ਕੇਸਰ ਸਿੰਘ ਛਿੱਬੜ, ਭਾਈ ਮਤੀਦਾਸ ਦੇ ਜੋ ਦੋਤੇ ਸੀ, ਉਹਨਾਂ ਨੇ ਕਿਤਾਬ ਲਿਖੀ ਹੈ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਦਾ। ਉਹ ਜੋ ਹੈ ਉਹ ਲਿਖਦੇ ਹਨ ਕਿ ਗੁਰੂ ਸਾਹਿਬ ਸਿੱਖਾਂ ਨੇ ਗੁਰੂ ਸਾਹਿਬ ਨੂੰ ਜੋ ਹੈ ਇਹ ਕੀਤੀ ਬੇਨਤੀ, ਮਹਾਰਾਜ ਵੀ ਇਹ ਦੋਨਾਂ ਜੋ ਹੈ ਗ੍ਰੰਥਾਂ ਦਾ ਇੱਕ ਗ੍ਰੰਥ ਕਰ ਦਈਏ। ਤਾਂ ਮਹਾਰਾਜ ਨੇ ਇਹ ਕਿਹਾ, ਭਾਈ ਸੰਮਤ 1755 ਸਿੱਖਾਂ ਸਭ ਕੇ ਬੇਨਤੀ ਕੀਤੀ, ਗਰੀਬ ਨਵਾਜ ਜੇ ਬਚਨ ਹੋਵੇ ਤਾਂ ਗ੍ਰਹਾਂ ਗ੍ਰੰਥਾਂ ਦੀ ਜਿਲਦ ਇੱਕ ਚਾਹੀਏ ਕਰ ਲਿੱਤੀ। ਸਾਹਿਬ ਬਚਨ ਕੀਤਾ, ਇਹ ਆਦਿ ਗੁਰੂ ਗ੍ਰੰਥ ਹੈ ਸਾਡਾ, ਇਹ ਸਾਡੀ ਖੇਡ ਹੈ, ਇਸ ਬਾਤ ਦੋਨੇ ਇਕੱਠੇ ਨਹੀਂ ਕਰਨਗੇ। ਉਸ ਤੋਂ ਬਾਅਦ ਪਿਆਰਾ ਸਿੰਘ ਪੰਜਵੀਂ ਨੇ ਕਿਤਾਬ ਲਿਖੀ ਹੈ ਗੁਰੂ ਕੀ ਸਾਖੀਆਂ, ਭੱਟ ਵਹੀ ਤੇ ਆਧਾਰਿਤ ਹੈ। ਉਹਨਾਂ ਵਿੱਚ ਜੋ ਹੈ ਬਾਕਾਇਦਾ ਲਿਖਿਆ ਵੀ ਗੁਰੂ ਸਾਹਿਬ ਨੇ ਇਹ ਗ੍ਰੰਥ ਐਦੋਂ ਸ਼ੁਰੂ ਕੀਤਾ ਔਰ 4 ਸਾਲ ਉਹ ਭੋਗ ਪਾਇਆ, ਐਦੋਂ ਸ਼ੁਰੂ ਕੀਤਾ ਉੱਥੋਂ ਕੀਤਾ, ਬਾਕੀ ਬਾਕਾਇਦਾ ਉਹਦੇ ਨੰਬਰ ਦਿੱਤੇ ਨੇ। ਸੰਮਤ 1741 ਕ੍ਰਿਸ਼ਨ ਅਸ਼ਟਮੀ ਦੇ ਕ੍ਰਿਸ਼ਨ ਅਵਤਾਰ ਦਾ ਪ੍ਰਾਰੰਭ ਕੀਤਾ। ਅਬ ਵਰਣੋ ਕ੍ਰਿਸ਼ਨਾ ਅਵਤਾਰੂ ਜੈਸੇ ਭਾਂਤ ਭਾਂਤ ਬਪਤਰਾ ਮਰਾਰੂ, ਪਰਮ ਪਾਪ ਤੇ ਭੂੰਡ ਰਾਨੀ ਡਗਮਡਾਸ ਵਿਦ ਤੀਰ ਸਧਾਨੀ, ਅਕਾਲ ਪੁਰਖ ਕੇ ਭਜਨ ਸੇ ਸੰਤਨ ਹੈ ਸਹਾਏ, ਮਥੁਰਾ ਮੰਡਲ ਕਿਆ ਵਿਖੈ ਜਨਮ ਧਰੋ ਹਰਾਏ, ਜੈ ਜੈ ਕ੍ਰਿਸ਼ਨ ਚਿੱਤਰ ਦਿਖਾਏ, 10ਵੇਂ 20 ਸਭ ਭਾਗਣ ਆਏ, 11 ਸਹਿ 86 ਛੰਦਾ ਕਹੇ ਦਸਮਪੁਰ ਬੈਠ ਅਨੰਦਾ। ਅਨੰਦਪੁਰ ਸਾਹਿਬ ਬੈਠ ਕੇ ਸਾਰਾ ਲਿਖਿਆ। ਇਸ ਤਰ੍ਹਾਂ ਬਾਕੀ ਜਿੰਨੇ ਵੀ ਗ੍ਰੰਥ ਹਨ ਉਹਨਾਂ ਦਾ ਜ਼ਿਕਰ ਕੀਤਾ ਹੈ। ਹੁਣ ਮਹਾਰਾਜ ਦੀ ਜੋ ਹੈ ਯੁੱਧ ਵੇਲੇ ਰਾਜਾ ਫਤਿਹ ਸ਼ਾਹ ਗੈਲ ਯੁੱਧ ਕਰਨ ਦੀ ਤਿਆਰੀ ਕਰਨੀ ਆਰੰਭ ਕੀਤੀ ਕਰਦੀ, ਲਾਗੇ ਦਰਬਾਰ में इंज भजन किया। महाराज ने आप कड़िया है, लड़ाई दी शुरू होगी, तैयारी कर रहे हैं और महाराज संगत बैठ के कह रहे हैं, की पढ़ रहे हैं जी, तन जियो तह को जग में मुखते हर चित्त में युद्ध विचार है। ये सारा सविया महाराज आपने भट्ट विच लिखा है और कृष्णा अवतार दे पन्ने 93 दे है। इस तरह ही जो है जदों बहादुर शाह का लड़का अपना औरंगजेब का लड़का बहादुर शाह महाराज वाल आया लड़ाई करके, तो दोनों धिरां की आपस में सुलह हो गई। तो भट्ट जी लिखते हैं कि महाराज ने जो है ये उच्चारण की, हमरी करो हाथ दे रक्षा पूर्ण हो चित्त की इच्छा। ये चौपी जो है उन्होंने आप लिखी है। इस तरह सारिया जी किरतां ने बाकायदा प्रूफ ने, डॉकूमेंटरी प्रूफ गुरु साहब की किरत ने। पर जे कोई फिर मनण ना इनकार करे, मैं छोटी जी कहानी याद आती है कि किसी बंदे ने कहा, पुरानी जमाने की गल है, भाई लड़की वास्ते कोई लड़का देख के लिया, वो कहते तुसीं किदां दा होवे, कहंदी आ गुण होण आ गुण होण आ गुण होण आ गुण। कहंदा देखो जी ऐसा बंदा संसार 'च कोई नहीं जी एक दो गुण ना होण। वो कहंदा एक दो की गल कोई गल नहीं, बाकी बंदा ठीक ठाक होवे। वो जी रिश्ता करिया, बरात आ गई, जदों जो है वो फेरे होने लगे, 2 फेरे होए, मुंडा कही मैं जंगल पानी जाना, सब ने वरजा, भाई दो रहे नहीं जी, कहते पटा के भज गया। उन्हें चौधरी फड़ लिया नाई नूं, कहता आ मुंडा टोलिया, इनू इन्नी कल है। कहता चौधरी जी तुसीं क्या दी एक दो की कोई गल नहीं, सिर्फ 2 नुक्स ने, बाकी कोई नुक्स नहीं। दसो मुंडा सोहना नहीं, जायदाद नहीं, की नहीं है। कहता की नुक्स ने, कहता अपनी अकल है नहीं, किसी की लैनी नहीं, बस 2 अकल ने। तो इन्हां जेह्ड़े 10 गुना विरोधी ने
ਪਰ ਦੋ ਹੀ ਗੱਲਾਂ ਨੇ, ਆਪਣੀ ਹੈ ਨਹੀਂ, ਕਿਸੇ ਦੀ ਮੰਨਣੀ। ਤੇ ਬਾਕੀ ਜਿਹੜੀਆਂ ਹੁਣ ਵੇਰਵਾ ਪਿਆ ਇਹ ਜਿਹੜਾ ਹੁਣ ਜੋ ਹੈ ਗੱਲ ਹੋਈ ਹੈ ਕਾਲੇ ਅਫਗਾਨੇ ਦੀ, ਮੈਂ ਸਭ ਨੂੰ ਬੇਨਤੀ ਕਰਦਾ, ਮਹਾਰਾਜ ਦੀ ਕਿਰਪਾ ਨਾਲ ਦਾਸ ਨੇ ਕਿਤਾਬ ਲਿਖੀ ਹੈ ਸਭ ਦੁਸ਼ਟ ਝੱਖ ਮਾਰਾ। ਉਹਦੇ ਜੋ ਹੈ ਕਾਲੇ ਅਫਗਾਨੇ ਦੀ ਸਾਰੀਆਂ ਗੱਲਾਂ ਦਾ ਉੱਤਰ ਦਿੱਤਾ, ਡਾਕੂਮੈਂਟਰੀ ਪ੍ਰੂਫ ਨਾਲ ਲਗਾਏ, ਔਰ ਨਾਲੇ ਅਸੀਂ ਪ੍ਰੂਫ ਕਰਤਾ ਵੀ ਕੋਈ ਕਿਤਾਬ ਦੀ ਆਪਣੀ ਲਿਖੀ ਨਹੀਂ ਹੈ, ਲਿਖਣ ਵਾਲਾ ਕੋਈ ਹੋਰ ਹੈ, ਨਾ ਇਹਦਾ ਚੱਲ ਰਿਹਾ। ਤੇ ਇਸ ਵਾਸਤੇ ਜੇ ਕਿਸੇ ਨੂੰ ਲੋੜ ਹੋਵੇ, ਪੁਸਤਕ ਭੰਡਾਰ ਅੰਮ੍ਰਿਤਸਰ ਛਪੀ ਆ, ਉਹ ਪੜ੍ਹ ਸਕਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਕਮਰਜੀਤ ਸਿੰਘ ਜੀ ਦਾ।